हाँ जी, नैक्सट टॉपिक है बेसिक आइडियाज़ अबाउट प्रोबेबिलिटी। फॉर एग्जाम्पल ਆਪਾਂ ਇੱਕ ਕੋਇਨ ਹੈ ਉਸ ਨੂੰ ਟੌਸ ਕਰਾਂਗੇ। ਜਦੋਂ ਆਪਾਂ ਇੱਕ ਕੋਇਨ ਨੂੰ ਟੌਸ ਕੀਤਾ, ਜਾਂ ਤਾਂ ਆਪਣੇ ਕੋਲ ਹੈਡ ਇਵੈਂਟ ਦੀ ਪੋਸੀਬਿਲਿਟੀ ਹੈ ਜਾਂ ਆਪਣੇ ਕੋਲ ਟੇਲ ਇਵੈਂਟ ਦੀ ਪੋਸੀਬਿਲਿਟੀ ਹੈ। ਦੈਟ ਮੀਨਸ ਹੈਡ ਇਵੈਂਟ ਹੈ ਜਿਹੜਾ ਉਸ ਦੇ ਲਈ ਪ੍ਰੋਬੇਬਿਲਿਟੀ ਹੈਗੀ ਹੈ 1/2। ਟੋਟਲ ਕੇਸਿਸ ਆਪਣੇ ਕੋਲ ਕਿੰਨੇ ਹੈਗੇ ਆ 2 ਹੈ। ਹੈਡ ਦੇ ਲਈ 1/2 ਹੋ ਜਾਏਗਾ ਅਤੇ ਟੇਲ ਦੇ ਇਵੈਂਟ ਦੇ ਲਈ ਆਪਣੇ ਕੋਲ ਕੀ ਹੋ ਜਾਏਗਾ 1/2। ਉਸ ਤੋਂ ਨੈਕਸਟ ਆਪਣੇ ਕੋਲ 2 ਕੋਇਨਸ ਹੈ। ਦੋਨੋਂ ਕੋਇਨਸ ਨੂੰ ਆਪਾਂ ਟੌਸ ਕਰਨਾ। ਉਸ ਦੇ ਲਈ ਅਲੱਗ-ਅਲੱਗ ਆਪਣੇ ਕੋਲ ਕੇਸਿਸ ਹੈ। ਫਸਟ ਕੇਸ ਹੈ ਜਦੋਂ ਕੋਇਨਸ ਆਪਣੇ ਕੋਲ ਅਨਲਾਈਕ ਹੈ ਔਰ ਡਿਸਟਿੰਗੁਇਸ਼ੇਬਲ ਹੈ। ਜਦੋਂ ਆਪਾਂ ਉਹਨਾਂ ਨੂੰ ਅਲੱਗ-ਅਲੱਗ ਕਰ ਸਕਦੇ ਹਾਂ ਮੀਨਸ ਅਨਲਾਈਕ ਹੈ, ਸੇਮ ਨਹੀਂ ਹੈ। ਸਪੋਜ਼ ਜਿਹੜਾ ਕੋਇਨ ਨੰਬਰ 1 ਹੈ ਉਹ ਤੁਹਾਡੇ ਕੋਲ ਕਾਪਰ ਦਾ ਹੈ, ਕੋਇਨ ਨੰਬਰ 2 ਹੈਗਾ ਆਪਣੇ ਕੋਲ ਸਿਲਵਰ ਦਾ। ਆਪਾਂ ਦੋਨੇ ਕੋਇਨਸ ਨੂੰ ਕੀ ਹੈ ਲਾਰਜ ਨੰਬਰ ਆਫ ਟਾਈਮ ਟੌਸ ਕਰਾਂਗੇ। ਦੈਨ 4 ਇਵੈਂਟ ਆਪਣੇ ਕੋਲ ਪੋਸੀਬਲ ਹੋ ਸਕਦੀ ਹੈ। ਜਦੋਂ ਆਪਾਂ ਦੋਨੇ ਕੋਇਨ ਨੂੰ ਟੌਸ ਕਰਾਂਗੇ ਆਪਣੇ ਕੋਲ ਜਾਂ ਤਾਂ ਕੀ ਹੈ ਬੋਥ ਕੋਇਨਸ ਦੀਆਂ ਹੈਡ ਪੋਸੀਬਿਲਿਟੀ ਹੋ ਸਕਦੀ ਹੈ, ਹੈਡ ਇਵੈਂਟਸ ਆ ਸਕਦੇ ਹੈ। ਅਗਰ ਆਪਾਂ A1 ਹੈਡ ਹੈਗਾ ਆਪਣੇ ਕੋਲ ਫਸਟ ਕੋਇਨ ਦਾ, A2 ਹੈਡ ਹੈਗਾ ਆਪਣੇ ਕੋਲ ਸੈਕਿੰਡ ਕੋਇਨ ਦਾ। ਜਾਂ ਇਹ ਕੀ ਹੋ ਸਕਦਾ ਹੈ ਦੋਨੋਂ ਕੋਇਨਸ ਦੇ ਆਪਣੇ ਕੋਲ ਟੇਲ ਆ ਸਕਦੀਆਂ B1 ਐਂਡ B2 ਵੇਅਰ A represent head of the coin and B represent tail of the coin। ਤੇ ਥਰਡ ਪੋਸੀਬਿਲਿਟੀ ਕੀ ਹੈ ਇੱਕ ਕੋਇਨ ਦਾ ਆਪਣੇ ਕੋਲ ਹੈਡ ਆ ਸਕਦਾ ਤੇ ਇੱਕ ਕੋਇਨ ਦੀ ਆਪਣੇ ਕੋਲ ਕੀ ਆ ਸਕਦੀ ਹੈ ਟੇਲ। ਅਗਰ ਫਸਟ ਕੋਇਨ ਦਾ ਹੈਡ ਆ ਰਿਹਾ A1 ਤੇ ਸੈਕਿੰਡ ਦੀ ਆਪਣੇ ਕੋਲ ਟੇਲ ਆ ਰਹੀ ਹੈ B2। ਉਸ ਤੋਂ ਬਾਅਦ ਫੋਰਥ ਪੋਸੀਬਿਲਿਟੀ ਕੀ ਹੈ ਅਗਰ ਜਿਹੜਾ ਕੋਇਨ ਫਸਟ ਹੈ ਉਸ ਦਾ ਆਪਣੇ ਕੋਲ ਟੇਲ ਇਵੈਂਟ ਆ ਰਿਹਾ ਤੇ ਕੋਇਨ ਜਿਹੜਾ ਸੈਕਿੰਡ ਹੈਗਾ ਉਸ ਦਾ ਆਪਣੇ ਕੋਲ ਹੈਡ ਇਵੈਂਟ ਆ ਰਿਹਾ ਤਾਂ ਆਪਣੇ ਕੋਲ ਪੋਸੀਬਿਲਿਟੀ B1 ਤੇ A2 ਬਣ ਜਾਏਗੀ। ਨੰਬਰ ਆਫ ਇਵੈਂਟਸ ਇਜ਼ ਓਬਵੀਅਸਲੀ ਕਿਸ ਦੇ ਇਕੁਅਲ ਹੋ ਜਾਣਗੇ ਜਿੰਨੀਆਂ ਆਪਣੇ ਕੋਲ ਪੋਸੀਬਿਲਿਟੀਜ਼ ਹੈ। ਪੋਸੀਬਿਲਿਟੀਜ਼ ਕੀ ਹੈ A1 A2 ਦੋਨਾਂ ਦੇ ਆਪਣੇ ਕੋਲ ਕੀ ਆ ਸਕਦੇ ਹੈਡ ਆ ਸਕਦੇ ਹੈ। ਇੱਕ ਦਾ ਹੈਡ ਤੇ ਦੂਜੇ ਦੀ ਟੇਲ ਆ ਸਕਦੇ ਹੈ। ਫਿਰ ਆਪਣੇ ਕੋਲ ਹੈਡ ਤੇ ਕੀ ਆ ਸਕਦੇ ਹੈ ਟੇਲ ਆ ਸਕਦੀ ਹੈ ਪਲੱਸ B1 ਐਂਡ B2। ਠੀਕ ਹੈ, ਦੋਨਾਂ ਦੇ ਟੇਲ ਆ ਸਕਦੇ। ਇਸ ਨੂੰ ਆਪਾਂ ਕੰਬਾਈਨ ਨੂੰ ਕੀ ਲਿਖਾਂਗੇ A1 ਪਲੱਸ B1 ਇੰਟੂ A2 ਪਲੱਸ B2। ਅਗਰ ਆਪਾਂ ਦੋਨਾਂ ਨੂੰ ਮਲਟੀਪਲਾਈ ਕਰਾਵਾਂਗੇ ਤਾਂ ਆਪਣੇ ਕੋਲ ਇਹ ਵਾਲੇ ਇਵੈਂਟਸ ਦੀ ਆ ਜਾਏਗੀ ਬਿਲਕੁਲ ਸੇਮ। ਅਗਰ ਆਪਣੇ ਕੋਲ ਇਵੈਂਟਸ ਹੈਗੇ ਇੰਡੀਪੈਂਡੈਂਟ ਹੈ ਐਂਡ ਇਕੁਅਲੀ ਲਾਈਕ ਹੈ, ਇੰਡੀਪੈਂਡੈਂਟ ਹੈ ਇਕੁਅਲੀ ਲਾਈਕ ਹੈ ਤਾਂ ਪ੍ਰੋਬੇਬਿਲਿਟੀ ਆਫ ਈਚ ਇਵੈਂਟ ਆਪਣੇ ਕੋਲ 4 ਪੋਸੀਬਿਲਿਟੀਜ਼ ਹੈ। ਈਚ ਇਵੈਂਟ ਹਰ ਇੱਕ ਇਵੈਂਟ ਦੀ ਆਪਣੇ ਕੋਲ ਪ੍ਰੋਬੇਬਿਲਿਟੀ ਕਿੰਨੀ ਆ ਜਾਏਗੀ 1/4। ਪ੍ਰੋਬੇਬਿਲਿਟੀ ਆਫ ਗੈਟਿੰਗ ਦਾ ਕੋਇਨ ਕਿੰਨੀ ਹੈ ਫਸਟ ਕੋਇਨ ਦੀ 1/2 ਹੈ। ਅਗਰ ਸੈਕਿੰਡ ਕੋਇਨ ਦੀ ਆਪਾਂ ਹੈਡ ਦੀ ਪ੍ਰੋਬੇਬਿਲਿਟੀ ਦੀ ਗੱਲ ਕਰੀਏ ਉਹ ਵੀ ਆਪਣੇ ਕੋਲ ਕਿੰਨੀ ਹੈ 1/2 ਹੈ। ਅਗਰ ਆਪਾਂ ਸਾਈਮਲਟੇਨੀਅਸਲੀ ਟੌਸ ਕਰ ਰਹੇ ਹਾਂ ਦੋਨੋਂ ਕੋਇਨਸ ਨੂੰ ਤਾਂ ਟੋਟਲ ਆਪਣੇ ਕੋਲ ਕਿੰਨੀ ਪ੍ਰੋਬੇਬਿਲਿਟੀ ਹੈ ਹੈਡ ਦੇ ਲਈ 1/4 ਹੈ। ਸੈਕਿੰਡ ਕੇਸ ਕੀ ਅਰਾਈਜ਼ ਹੋ ਰਿਹਾ ਹੈ ਕੋਇਨਸ ਆਰ ਸਿਮਿਲਰ, ਕੋਇਨਸ ਆਪਣੇ ਕੋਲ ਸਿਮਿਲਰ ਹੈ ਤੇ ਇਨਡਿਸਟਿੰਗੁਇਸ਼ੇਬਲ ਹੈ। ਆਪਾਂ ਉਹਨਾਂ ਨੂੰ ਅਲੱਗ-ਅਲੱਗ ਨਹੀਂ ਕਰ ਸਕਦੇ। ਅਗਰ ਆਪਾਂ ਪਹਿਲਾਂ ਲੈ ਕੇ ਚੱਲੇ ਸੀ A1 ਹੈਡ ਹੈਗਾ ਫਸਟ ਕੋਇਨ ਦਾ, A2 ਹੈਡ ਹੈ ਸੈਕਿੰਡ ਕੋਇਨ ਦਾ। A1 A2 ਕਿਸ ਦੇ ਇਕੁਅਲ ਹੈ A ਦੇ, B1 B2 ਕਿਸ ਦੇ ਇਕੁਅਲ ਹੈਗੇ ਆ B ਦੇ। ਤਾਂ ਆਪਣੇ ਕੋਲ 4 ਪੋਸੀਬਿਲਿਟੀਜ਼ ਆਈਆਂ ਸੀ ਜਦੋਂ ਕੋਇਨਸ ਅਨਲਾਈਕ ਹੈ ਮੀਨਸ ਡਿਸਟਿੰਗੁਇਸ਼ੇਬਲ ਹੈ। ਥਰਡ ਵਾਲੀ ਐਂਡ ਫੋਰਥ ਵਾਲੀ, ਇਹ ਥਰਡ ਤੇ ਫੋਰਥ ਜਿਹੜੀ ਹੈਗੀ ਹੈ ਪੋਸੀਬਿਲਿਟੀ ਉਹ ਆਪਣੇ ਕੋਲ ਕੀ ਹੈ ਨਹੀਂ ਆ ਸਕਦੀ ਇਸ ਕੇਸ ਦੇ ਵਿੱਚ ਬਿਕੋਜ਼ ਆਪਾਂ ਨੂੰ ਨਹੀਂ ਪਤਾ ਵੀ ਕਿਹੜੇ ਦੀ ਆਪਣੇ ਕੋਲ ਹੈਡ ਹੈ ਕਿਹੜੇ ਦਾ ਆਪਣੇ ਕੋਲ ਟੇਲ ਹੈ। ਦੋਨਾਂ ਨੂੰ ਆਪਾਂ A ਦੇ ਨਾਲ ਸ਼ੋ ਕਰ ਰਹੇ ਹਾਂ ਤੇ B ਦੇ ਨਾਲ ਸ਼ੋ ਕਰ ਰਹੇ ਹਾਂ। ਹੁਣ ਇਸ ਦੇ ਵਿੱਚ ਪੋਸੀਬਿਲਿਟੀਜ਼ ਕਿਹੜੀਆਂ ਆ ਸਕਦੀਆਂ ਜਾਂ ਤਾਂ ਦੋਨਾਂ ਦਾ ਆਪਣੇ ਕੋਲ ਹੈਡ ਆ ਸਕਦਾ ਹੈ ਮੀਨਸ A ਇੰਟੂ A ਸਕੇਅਰ ਆ ਸਕਦਾ ਹੈ। ਦੋਨਾਂ ਦਾ ਆਪਣੇ ਕੋਲ ਟੇਲ ਆ ਸਕਦਾ ਹੈ V ਸਕੇਅਰ। ਜਾਂ ਤਾਂ ਆਪਣੇ ਕੋਲ ਇੱਕ ਦਾ ਹੈਡ ਆਏਗਾ ਇੱਕ ਦਾ ਆਪਣੇ ਕੋਲ ਕੀ ਹੈ ਟੇਲ ਆਏਗਾ A ਔਰ B, A ਐਂਡ B। ਟੋਟਲ ਨੰਬਰ ਆਫ ਇਵੈਂਟਸ ਕੀ ਆਪਾਂ ਇਹਨਾਂ ਨੂੰ ਐਡ ਕਰਾਂਗੇ A ਸਕੇਅਰ ਪਲੱਸ B ਸਕੇਅਰ ਪਲੱਸ AB ਪਲੱਸ 2AB ਲਗਾ 2 ਕੋਇਨਸ ਹੈ ਇਸ ਲਈ 2AB ਆ ਜਾਏਗਾ। ਹੁਣ ਆਪਾਂ ਇਸ ਨੂੰ ਕਿਵੇਂ ਲਿਖ ਸਕਦੇ ਹਾਂ ਪਹਿਲਾਂ ਆਪਣੇ ਕੋਲ ਲਿਖਿਆ ਸੀ ਆਪਾਂ A1 ਪਲੱਸ B1 ਇੰਟੂ A2 ਪਲੱਸ B2। ਹੁਣ A1 A2 ਦੀ ਜਗ੍ਹਾ ਤੇ A ਪੁੱਟ ਕਰਨਾ ਹੈ, B1 B2 ਦੀ ਜਗ੍ਹਾ ਤੇ B ਪੁੱਟ ਕਰਨਾ ਹੈ ਤਾਂ ਆਪਣੇ ਕੋਲ ਕੀ ਬਣ ਜੂਗੀ ਟੋਟਲ ਨੰਬਰ ਆਫ ਪੋਸੀਬਲ ਇਵੈਂਟ ਆ ਜਾਣਗੇ। ਇਸ ਕੇਸ ਦੇ ਵਿੱਚ ਜਿਹੜੀ ਪ੍ਰੋਬੇਬਿਲਿਟੀ ਹੈਗੀ ਹੈ ਹੈਡ ਔਰ ਟੇਲ ਦੇ ਲਈ ਬੋਥ ਕੇਸਿਸ ਦੇ ਵਿੱਚ ਹੈਡ ਤੇ ਟੇਲ ਦੇ ਲਈ ਪ੍ਰੋਬੇਬਿਲਿਟੀ ਆਪਣੇ ਕੋਲ ਕਿੰਨੀ ਹੈਗੀ 1/4 ਹੈ। ਤੇ ਪ੍ਰੋਬੇਬਿਲਿਟੀ ਆਫ ਗੈਟਿੰਗ ਦਾ ਹੈਡ ਆਫ ਕੋਇਨ 1 ਔਰ ਟੇਲ ਆਫ ਅਦਰ
अगर एक दे अपने कोले कॉइन आ रहे हैड आ रहा एक कॉइन का, सैकेंड कॉइन का अपने कोले टेल आ रहा, उसकी प्रोबेबिलिटी कितनी हो जाएगी 2 × 1/4, दैट मीनस 1/2। नैक्सट है टॉसिंग ऑफ 3 अनलाइक और डिस्टिंग्विशेबल कॉइन। 3 कॉइनस आप लैने हैं, उस तो बाद आप टॉस करांगे। 3 अनलाइक कॉइनस है, सपोज 1 2 3, लार्ज नंबर ऑफ टाइम आप टॉस करना। तो नंबर ऑफ ईवेंट्स ये पॉसीबल ईवेंट कितने आ सकते हैं 8। सपोज A1 अपने को हैड है कॉइन फस्ट का, A2 हैड है सैकेंड का, A3 हैड है कॉइन थर्ड का, B1 है अपने को कॉइन फस्ट का टेल, B2 है टेल सैकेंड कॉइन की एंड B3 टेल है अपने को थर्ड कॉइन की। तो टोटल नंबर ऑफ पॉसीबल ईवेंट की बन सकते हैं A1 + B1 × A2 + B2। ये अपने को 2 दे विच आए सी जो अपने को 2 कॉइन लाए। 3 के केस दे नैक्सट टर्म कि ऐड हो जाएगी A3 + B3। इन्ना हर एक की जी हर एक ईवेंट है उसकी प्रोबेबिलिटी कितनी आ जाएगी 1/8। पॉसीबिलिटी की हो सकती है 3 अपने को हैड आ सकते A1 A2 A3, 3 टेल आ सकते B1 B2 B3। तो नैक्सट A1 A2 B1 बन सकता है, A1 A3 B2 आ सकता है, A2 A3 B1 आ सकता है, A3 B1 B2, A1 B1 B2 B3, A2 B1 B3। ये 8 अपने को की है पॉसीबिलिटीज़ हो सकती हैं किसी भी ईवेंट के लिए। अगर ये तो आप गल की सी अनलाइक ने, हुण जो अपने को सिमिलर ने 3 कॉइन तो आप A1 A2 A3 की जगह ते A पुट करांगे, B1 B2 B3 की जगह ते B पुट करांगे। तो ये अपने को बन जाएगा A + B × A + B, मतलब A + B की क्यूब बन गई। तो इसका फार्मूला की है A की क्यूब + B क्यूब + 3A² B + 3B² A। हुण इस दे विच की है प्रोबेबिलिटी ऑफ गैटिंग हैड और टेल्स ऑफ ऑल द 3 कॉइनस। 3 कॉइनस की प्रोबेबिलिटी हैड और टेल के लिए कितनी हैगी 1/2। अगर अपने को 2 हैड आ रहे हैं तो 1 टेल आ रहा है, 2 हैड तो 1 टेल आ रहा है, तो उसके लिए प्रोबेबिलिटी कितनी होनी चाहिए 3 × 1/8। आप इसनूं 3 के नाल मल्टीप्लाई करांगे तो बन जाएगा अपने को 3/8। अगर आप एक्सटेंशन कर दिए n कॉइनस के लिए, n कॉइनस की एक्सटेंशन करिए, जनरल केस लैके चलीए भी n आइडेंटिकल कॉइनस है उन्होंने आप टॉस करांगे साइमल्टेनियसली नंबर ऑफ टाइम, तो पॉसीबल ईवेंट कितने आ सकते हैं। हुण इत्थे अपने को 3 सी, तो 3 के लिए आप की लिखिया सी A + B की क्यूब। अगर अपने को 4 होंदे तो A + B की आप पावर 4 लिखते, A + B की अपने को होल पावर 5 आ जानी सी जे आप 5 कॉइन लैके चलते। अगर अपने को n आइडेंटिकल ने, ये भी तो सिमिलर सी n आइडेंटिकल कॉइनस, तो उसनूं आप की लिख सकते हैं A + B की होल n। उसनूं आप एक्सपैंड करांगे बाइनोमियल एक्सपेंशन यूज़ करके। बाइनोमियल एक्सपेंशन की है A + B की n, तो ये आप की लिखांगे पहली टर्म A की पावर n लैके चलांगे प्लस n अपने को अगे आ जाएगा इंटू A n - 1 B। इस दी पावर अपने को 1 घटेगी तो B की पावर अपने को इनक्रीज़ होंदी जाएगी। तो इसनूं आप लिख सकते हैं n × n - 1 अपॉन 2 फैक्टोरियल। इस दी पावर 1 आप माइनस करांगे n - 2 बन जाएगा, इस दी पावर इनक्रीज़ करांगे B की स्केयर बन जाएगा। पहला अपने को फर्स्ट टर्म हैगी इस एक्सपेंशन की A की पावर n, लास्ट से जो ये वाली टर्म डिक्रीज़ होंदियां जाएंगियां तो B दी टर्म अपने को इनक्रीज़ होंदियां जाएंगियां, तो लास्ट टर्म बन जाएगी B की पावर n वाली। तो इसनूं सारे नूं आपां समीशन फॉर्म दे विच लिख सकते हैं, समीशन R = 0 to n CR A की पावर R B की n - R। NCR नूं आपां लिखांगे n फैक्टोरियल अपॉन R फैक्टोरियल इंटू n - R का फैक्टोरियल। अगर टोटल नंबर ऑफ वेज है टोटल ईवेंट के, तो इसनूं लिखांगे आपां 1 + 1 की n मतलब 2 की पावर n, तो उसनूं लिख सकते हैं 2 की -n अगर अपने को प्रोबेबिलिटी हैगी है ईच लाइकली पॉसीबल कंबीनेशन। उस तो बाद अपने को प्रोबेबिलिटी है NCR अपॉन ए वाला NCR समीशन वाला, तो n फैक्टोरियल अपॉन R फैक्टोरियल इंटू n - R फैक्टोरियल इंटू 1/2 की पावर n। उस तो नैक्सट है मोस्ट प्रोबेबल कंबीनेशन। मोस्ट प्रोबेबल कंबीनेशन, कंबीनेशन ऑफ हैड और टेल विच आर मोस्टली लाइकली टू अकर इज़ द वन फॉर विच PR इज़ मैक्सीमम। जो अपने को प्रोबेबिलिटी है उसकी वैल्यू की है मैक्सीमम आ रही है,
ਉਹ ਕਦੋਂ ਪੋਸੀਬਲ ਹੈ, ਜਦੋਂ ਆਰ ਆਪਣੇ ਕੋਲੇ ਕਿਸ ਦੇ ਇਕੁਅਲ ਹੈ, n/2 ਦੇ ਇਕੁਅਲ ਹੈ। ਦੈਟ ਮੀਨਸ ਹੈੱਡ ਅਤੇ ਟੇਲ ਦੇ ਲਈ ਆਪਣੇ ਕੋਲੇ ਜਿਹੜੇ ਕੇਸ ਹੈ, ਲਾਈਕਲੀ ਕੇਸ ਮਤਲਬ ਕਿੰਨੇ ਅਕਰ ਕਰ ਸਕਦੇ ਉਹ ਕੀ ਹੈ, ਸੇਮ ਹੈ। ਅਗਰ ਹੈੱਡ ਦੇ ਲਈ n/2 ਹੈ ਤਾਂ ਆਪਣੇ ਕੋਲੇ ਟੇਲ ਦੇ ਲਈ ਵੀ n/2 ਹੈ। ਤਾਂ ਪੀ ਮੈਕਸੀਮਮ ਕਦੋਂ ਹੈ, ਜਦੋਂ r = n/2 ਹੈ। ਤਾਂ ਆਪਾਂ r ਦੀ ਜਗ੍ਹਾ 'ਤੇ n/2 ਨੂੰ ਪੁੱਟ ਕਰ ਦਾਂਗੇ ਇਸ ਇਕੁਏਸ਼ਨ ਦੇ ਵਿੱਚ, ਤਾਂ ਕੀ ਆ ਜਾਏਗਾ n ਫੈਕਟੋਰੀਅਲ ਅਪੋਨ n/2 ਫੈਕਟੋਰੀਅਲ ਇੰਟੂ n/2 ਫੈਕਟੋਰੀਅਲ ਇੰਟੂ 1/2n। ਅਗਰ ਆਪਾਂ p ਹੈ ਜਿਹੜੀ ਪ੍ਰੋਬੇਬਿਲਿਟੀ ਮਿਨੀਮਮ ਹੈ ਉਹ ਕਦੋਂ ਹੋ ਸਕਦੀ ਹੈ, ਜਦੋਂ r ਦੀ ਪਾਵਰ ਆਪਾਂ 0 ਪੁੱਟ ਕਰਾਂਗੇ ਜਾਂ r ਦੀ ਪਾਵਰ ਨੂੰ ਆਪਾਂ ਕੈਪੀਟਲ N ਦੇ ਇਕੁਅਲ ਪੁੱਟ ਕਰਾਂਗੇ। ਤਾਂ p ਮਿਨੀਮਮ ਕਿਸ ਦੇ ਇਕੁਅਲ ਆ ਜਾਏਗੀ, 1/2n ਦੀ। ਨੈਕਸਟ ਹੈਗਾ ਪ੍ਰੋਬੇਬਿਲਿਟੀ ਆਫ ਅਕਰੈਂਸ ਐਂਡ ਨੋਨ ਅਕਰੈਂਸ ਆਫ ਐਨ ਈਵੈਂਟ। ਕੋਈ ਵੀ ਇਵੈਂਟ ਆ ਉਸਦੀ ਅਕਰੈਂਸ ਪ੍ਰੋਬੇਬਿਲਿਟੀ ਕਿੰਨੀ ਹੈ ਤੇ ਨੋਨ ਅਕਰੈਂਸ। ਹੁਣ ਸਪੋਜ਼ P ਅਗਰ ਆਪਣੇ ਕੋਲੇ ਡਿਨੋਟ ਕਰ ਰਿਹਾ ਪ੍ਰੋਬੇਬਿਲਿਟੀ ਆਫ ਅਕਰੈਂਸ ਔਨ ਈਵੈਂਟ, ਕੋਈ ਵੀ ਇਵੈਂਟ ਆਪਣੇ ਕੋਲੇ ਅਕਰ ਹੋ ਸਕਦਾ ਉਸਦੀ ਪ੍ਰੋਬੇਬਿਲਿਟੀ P ਹੈਗੀ ਹੈ। Q ਡਿਨੋਟ ਕਰ ਰਿਹਾ ਪ੍ਰੋਬੇਬਿਲਿਟੀ ਆਫ ਨੋਨ ਅਕਰੈਂਸ, ਸੇਮ ਇਵੈਂਟ ਦੀ ਅਕਰ ਕਰ ਰਹੀ ਹੈ ਪ੍ਰੋਬੇਬਿਲਿਟੀ, ਉਹ ਤਾਂ ਆਪਣੇ ਕੋਲੇ P ਹੈ, ਨੋਨ ਅਕਰੈਂਸ ਦੀ ਹੈਗੀ ਆਪਣੇ ਕੋਲੇ Q। ਤਾਂ ਕੰਬਾਈਨਡ ਪ੍ਰੋਬੇਬਿਲਿਟੀ ਆਪਾਂ ਕੀ ਲਿਖਾਂਗੇ, ਅਕਰੈਂਸ ਐਂਡ ਨੋਨ ਅਕਰੈਂਸ ਦੀ P + Q ਕਿਸ ਦੇ ਇਕੁਅਲ ਹੈਗਾ 1 ਦੇ। ਟੋਟਲ ਪ੍ਰੋਬੇਬਿਲਿਟੀ ਹੈ ਜਿਹੜੀ ਕੰਬਾਈਨ ਉਹ ਕਿਸ ਦੇ ਇਕੁਅਲ ਆਪਣੇ ਕੋਲੇ 1 ਦੇ, ਤਾਂ P + Q = 1। ਤਾਂ Q ਆਪਣੇ ਕੋਲੇ ਕੀ ਲਿਖਾਂਗੇ 1 - P। ਫੋਰ ਐਗਜ਼ਾਮਪਲ ਆਪਾਂ ਕੋਈ ਵੀ ਡਾਈਸ ਹੈ 6 ਫੇਸ ਡਾਈਸ, ਉਸ ਨੂੰ ਆਪਾਂ ਕੀ ਹੈ ਥਰੋ ਕਰਾਂਗੇ ਤਾਂ ਆਪਣੇ ਕੋਲੇ ਪ੍ਰੋਬੇਬਿਲਿਟੀ ਹੈਗੀ ਇੱਕ ਫੇਸ ਨੂੰ ਸ਼ੋ ਕਰਨ ਦੇ ਲਈ ਉਹ ਕਿੰਨੀ ਹੈਗੀ ਹੈ 1/6। ਇੱਕ ਫੇਸ ਆਏਗਾ ਜਦੋਂ ਆਪਾਂ ਡਾਈਸ ਨੂੰ ਸ਼ੋ ਕਰਾਂਗੇ ਤਾਂ ਉਸਦੀ ਪ੍ਰੋਬੇਬਿਲਿਟੀ 1/6 ਹੈ। ਹੁਣ ਉਸ ਦੀ ਨੋਨ ਅਕਰੈਂਸ ਪ੍ਰੋਬੇਬਿਲਿਟੀ ਕਿੰਨੀ ਹੈ 1 - 6। ਆਪਾਂ ਇੱਥੇ P ਦੀ ਵੈਲਿਊ ਪੁੱਟ ਕਰਾਂਗੇ 1/6, ਤਾਂ ਆਪਣੇ ਕੋਲੇ ਨੋਨ ਅਕਰੈਂਸ ਪ੍ਰੋਬੇਬਿਲਿਟੀ ਹੈਗੀ 5/6। ਨੈਕਸਟ ਹੈਗਾ ਡਿਸਟਰੀਬਿਊਸ਼ਨ ਆਫ ਪਾਰਟੀਕਲ ਇਨ 2 ਇਕੁਅਲ ਸਾਈਜ਼ ਕੰਪਾਰਟਮੈਂਟ। ਆਪਾਂ ਡਿਸਟਰੀਬਿਊਸ਼ਨ ਕਰਨੀ ਹੈ ਪਾਰਟੀਕਲਸ ਦੀ 2 ਇਕੁਅਲ ਸਾਈਜ਼ ਕੰਪਾਰਟਮੈਂਟ ਦੇ ਵਿੱਚ। ਸਪੋਜ਼ ਆਪਣੇ ਕੋਲੇ ਕੋਈ ਵੀ ਬਾਕਸ ਹੈ, ਬਾਕਸ ਨੂੰ ਆਪਾਂ 2 ਇਕੁਅਲ ਸਾਈਜ਼ ਦੇ ਵਿੱਚ ਪਾਰਟੀਸ਼ਨ ਕਰ ਲੈਣੀ ਹੈ, ਉਸ ਨੂੰ ਡਿਵਾਈਡ ਕਰ ਦੇਣਾ, ਉਹ ਆਪਣੇ ਕੋਲੇ ਕੀ ਬਣ ਜਾਊਗਾ ਕੰਪਾਰਟਮੈਂਟ। ਠੀਕ ਹੈ, ਸਪੋਜ਼ ਆਪਣੇ ਕੋਲੇ ਕੋਈ ਵੀ ਪਾਰਟੀਕਲ ਹੈ ਉਸਨੂੰ ਆਪਾਂ ਥਰੋ ਕਰਾਂਗੇ ਇਸ ਵਾਲੇ ਬਾਕਸ ਦੇ ਵਿੱਚ ਕਿਸੇ ਵੀ ਸਰਟਨ ਡਿਸਟੈਂਸ। ਹੁਣ ਜਿਹੜਾ ਪਾਰਟੀਕਲ ਉਹ ਇਸ ਕੰਪਾਰਟਮੈਂਟ ਦੇ ਵਿੱਚ ਵੀ ਆ ਸਕਦਾ, ਆਪਣੇ ਕੋਲੇ ਇਸ ਕੰਪਾਰਟਮੈਂਟ ਦੇ ਵਿੱਚ ਵੀ ਫੋਲ ਹੋ ਸਕਦਾ। ਪ੍ਰਿਓਰੀ ਪ੍ਰੋਬੇਬਿਲਿਟੀ ਹੈ ਜਿਹੜੀ ਪਾਰਟੀਕਲ ਦੀ ਕੰਪਾਰਟਮੈਂਟ 1 ਦੇ ਵਿੱਚ ਉਹ ਹੈਗੀ ਹੈ 1/2 ਹੈ। ਤੇ ਅਗਰ ਐਂਟਰਿੰਗ ਦੀ 1/2 ਹੈ ਇਸ ਦੇ ਵਿੱਚ, ਤਾਂ ਨੋਟ ਐਂਟਰਿੰਗ ਦੀ ਆਪਣੇ ਕੋਲੇ ਕਿੰਨੀ ਹੋ ਜਾਏਗੀ 1/2। ਠੀਕ ਹੈ, ਅਗਰ ਆਪਣੇ ਕੋਲੇ ਕੋਈ ਵੀ ਪਾਰਟੀਕਲ ਆ ਉਸਨੂੰ ਕਿਸੇ ਵੀ ਸਰਟਨ ਡਿਸਟੈਂਸ ਤੋਂ ਆਪਾਂ ਇਸ ਬਾਕਸ ਦੇ ਵਿੱਚ ਫੋਲ ਕਰਾਂਗੇ, ਜਿਸ ਨੂੰ ਆਪਾਂ 2 ਇਕੁਅਲ ਸਾਈਜ਼ ਕੰਪਾਰਟਮੈਂਟ ਦੇ ਵਿੱਚ ਪਾਰਟੀਸ਼ਨ ਕੀਤੀ ਹੈ, ਜਾਂ ਤਾਂ ਉਹ ਇਸ ਪਾਰਟੀਸ਼ਨ ਦੇ ਵਿੱਚ ਆ ਸਕਦਾ, ਇਸ ਕੰਪਾਰਟਮੈਂਟ ਦੇ ਵਿੱਚ ਆ ਸਕਦਾ, ਜਾਂ ਇਸ ਕੰਪਾਰਟਮੈਂਟ ਦੇ ਵਿੱਚ ਆ ਸਕਦਾ। ਤਾਂ ਉੱਥੇ ਪ੍ਰਿਓਰੀ ਪ੍ਰੋਬੇਬਿਲਿਟੀ ਕਿੰਨੀ ਐਂਟਰਿੰਗ ਦੇ ਲਈ ਵੀ ਨੋਟ ਐਂਟਰਿੰਗ ਦੇ ਲਈ 1/2। ਅਗਰ ਆਪਣੇ ਕੋਲੇ ਪਾਰਟੀਕਲ ਉਸ ਨੂੰ ਡਿਨੋਟ ਕਰ ਰਹੇ ਹਾਂ ਆਪਾਂ A ਦੇ ਨਾਲ, ਤਾਂ ਕੰਪਾਰਟਮੈਂਟ 1 ਦੇ ਵਿੱਚ ਆ ਸਕਦਾ ਪਾਰਟੀਕਲ ਤੇ ਕੰਪਾਰਟਮੈਂਟ 2 ਦੇ ਵਿੱਚ ਪ੍ਰੈਜ਼ੈਂਟ ਨਹੀਂ ਹੋ ਸਕਦਾ। ਅਗਰ 1 ਦੇ ਵਿੱਚ ਐਬਸੈਂਟ ਹੈ ਤਾਂ 2 ਦੇ ਵਿੱਚ ਵੀ ਹੋ ਸਕਦਾ ਹੈ। ਤਾਂ ਪੋਸੀਬਿਲਿਟੀਜ਼ ਕਿੰਨੀਆਂ ਆਪਣੇ ਕੋਲੇ 2 ਪੋਸੀਬਿਲਿਟੀ ਨੇ ਜਦੋਂ ਆਪਾਂ ਕਿਸੇ ਵੀ ਪਾਰਟੀਕਲ ਨੂੰ ਫੋਲ ਕਰਾਵਾਂਗੇ ਕੰਪਾਰਟਮੈਂਟ ਦੇ ਵਿੱਚ। ਅਗਰ ਆਪਣੇ ਕੋਲੇ 2 ਪਾਰਟੀਕਲ ਲੈ ਲਏ, ਪਾਰਟੀਕਲ A ਫਸਟ ਨੂੰ ਆਪਾਂ ਰਿਪਰਜੈਂਟ ਕਰ ਰਹੇ ਹਾਂ A ਦੇ ਨਾਲ, ਪਾਰਟੀਕਲ ਸੈਕਿੰਡ ਨੂੰ ਰਿਪਰਜੈਂਟ ਕਰ ਰਹੇ ਹਾਂ V ਦੇ ਨਾਲ, ਤਾਂ ਕੰਪਾਰਟਮੈਂਟ ਕੀ ਹੈ, ਜਾਂ ਤਾਂ ਕੰਪਾਰਟਮੈਂਟ ਫਸਟ ਦੇ ਵਿੱਚ ਦੋਨੋਂ ਹੀ ਆ ਸਕਦੇ ਆ, ਜਾਂ ਇੱਧਰ ਐਬਸੈਂਟ ਹੋ ਸਕਦੇ, ਜਾਂ ਇੱਕ ਕੰਪਾਰਟਮੈਂਟ ਦੇ ਵਿੱਚ A ਆ ਸਕਦਾ, ਸੈਕਿੰਡ ਦੇ ਵਿੱਚ B ਜਾ ਸਕਦਾ। ਫਸਟ ਦੇ ਵਿੱਚ ਅਗਰ B ਆ ਗਿਆ ਤਾਂ ਸੈਕਿੰਡ ਦੇ ਵਿੱਚ A ਆਏਗਾ ਆਪਣੇ ਕੋਲੇ। ਅਗਰ ਫਸਟ ਦੇ ਵਿੱਚ ਕੋਈ ਵੀ ਪ੍ਰੈਜ਼ੈਂਟ ਨਹੀਂ, ਸੈਕਿੰਡ ਦੇ ਵਿੱਚ 2 ਜਾ ਸਕਦੇ ਆ। ਦੈਟ ਮੀਨਸ ਇੱਥੇ ਜਿਹੜੀ ਪੋਸੀਬਿਲਿਟੀਜ਼ ਉਹ ਕਿੰਨੀਆਂ ਬਣ ਰਹੀਆਂ ਆਪਣੇ ਕੋਲੇ 4 ਪੋਸੀਬਿਲਿਟੀਜ਼ ਬਣ ਰਹੀਆਂ। ਸਿਮੀਲਰ ਆਪਾਂ ਪਹਿਲਾਂ 2 ਲੈ ਕੇ ਚੱਲੇ ਹਾਂ ਪਾਰਟੀਕਲ, ਅਗਰ ਆਪਾਂ 3 ਲੈ ਕੇ ਚੱਲਾਂਗੇ ਪਾਰਟੀਕਲ, ਸਪੋਜ਼ ਪਾਰਟੀਕਲ ਫਸਟ A ਹੈ, ਪਾਰਟੀਕਲ ਸੈਕਿੰਡ ਨੂੰ ਡਿਨੋਟ ਕਰ ਰਹੇ ਹਾਂ B ਦੇ ਨਾਲ, ਪਾਰਟੀਕਲ ਥਰਡ ਨੂੰ ਡਿਨੋਟ ਕਰ ਰਹੇ ਹਾਂ C ਦੇ ਨਾਲ। ਤਾਂ ਕੰਪਾਰਟਮੈਂਟ ਦੇ ਵਿੱਚ ਕੀ ਹੈ, ਫਸਟ ਦੇ ਵਿੱਚ 3 ਹੀ ਆ ਸਕਦੇ, ਇੱਧਰ ਐਬਸੈਂਟ ਹੋ ਸਕਦੇ ਆ। ਇਸ ਦੇ ਵਿੱਚ AB ਆ ਸਕਦਾ, ਇਸ ਦੇ ਵਿੱਚ C, ਇਸ ਦੇ ਵਿੱਚ AC ਆ ਸਕਦਾ, ਇਸ ਦੇ ਵਿੱਚ B, ਇਸ ਦੇ ਵਿੱਚ BC ਆ ਸਕਦਾ, ਇਸ ਦੇ ਵਿੱਚ A, ਇਸ ਦੇ ਵਿੱਚ A ਹੋ ਸਕਦਾ, ਇਸ ਦੇ ਵਿੱਚ BC, ਇਸ ਦੇ ਵਿੱਚ B ਆ ਸਕਦਾ ਅਤੇ ਇਸ ਦੇ ਵਿੱਚ AC, ਇਸ ਕੰਪਾਰਟਮੈਂਟ ਦੇ ਵਿੱਚ C ਆ ਸਕਦੇ ਅਤੇ ਇਸ ਦੇ ਵਿੱਚ AB। ਅਗਰ ਇਸ ਦੇ ਵਿੱਚ ਕੋਈ ਵੀ ਪ੍ਰੈਜ਼ੈਂਟ ਨਹੀਂ ਹੈ ਤਾਂ ਕੰਪਾਰਟਮੈਂਟ 2 ਦੇ ਵਿੱਚ ਆਪਣੇ ਕੋਲ 3 ਆ ਸਕਦੇ ਆ। ਇਸ ਤੋਂ ਆਪਾਂ ਕੀ ਸ਼ੋ ਕਰ ਰਹੇ ਹਾਂ ਵੀ ਜਿਹੜੀ ਪੋਸੀਬਿਲਿਟੀਜ਼ ਨੇ ਆਪਣੇ ਕੋਲ ਕਿੰਨੀਆਂ ਬਣ ਰਹੀਆਂ ਨੇ 8।
ਪਹਿਲਾਂ ਆਪਾਂ ਫਸਟ ਇੱਕ ਪਾਰਟੀਕਲ ਹੀ ਕੀਤਾ, ਫਿਰ ਸੈਕੰਡਲੀ, ਫਿਰ ਥਰਡਲੀ। ਅਗਰ ਆਪਾਂ 4 ਪਾਰਟੀਕਲ ਦੀ ਲਈ ਕਰਾਂਗੇ ਤਾਂ ਆਪਣੇ ਕੋਲ ਜਿਹੜੀ ਪੋਸੀਬਿਲਿਟੀਜ਼ ਉਹ ਟੋਟਲ ਕਿੰਨੀਆਂ ਬਣਨੀਆਂ ਚਾਹੀਦੀਆਂ ਨੇ? 16। ਠੀਕ ਹੈ, ਸਿਮਿਲਰ ਵੇ ਦੇ ਨਾਲ ਆਪਾਂ ਕਰ ਸਕਦੇ ਹਾਂ।